सो इत्थे एक मੱਝ मंगाई गई है, ਉਹਦੇ ਅੱਗੇ बीन बजाई जा रही है। तस्वीरां तुसीं देख रहे हो, उत्ते पोस्टर लगा है भगवंत मान दा, नाल जिहड़ा खेतीबाड़ी मंत्री है उन्हां दे पोस्टर लगाए गए ने और इधर एक स्पेरा बुलाया गया वा जिहड़ा कि मੱਝ ਅੱਗੇ बीन बजा रहा वा। ਸਾਨੂੰ ਮਾਨ ਸਰਕਾਰ ਨੇ ਇੰਨਾ ਕੁ ਮਜਬੂਰ ਕੀਤਾ ਹੋਇਆ ਕਿਉਂਕਿ ਸਾਨੂੰ ਪਹਿਲਾਂ ਕਿਹਾ ਗਿਆ ਕਿ ਤੁਹਾਡੀ ਮੀਟਿੰਗ ਕੀਤੀ ਜਾਊਗੀ, ਤਾਂ ਫਿਰ ਜਦੋਂ ਸਾਨੂੰ ਉੱਥੇ ਚੰਡੀਗੜ੍ਹ ਬੁਲਾਇਆ ਗਿਆ ਪਰ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ, ਸਾਨੂੰ 2 ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਗਿਆ, ਤਾਂ ਫਿਰ ਸਾਨੂੰ ਇਹ ਅੰਨੀ ਬੋਲੀ ਸਰਕਾਰ ਲੱਗ ਰਹੀ ਹੈ। ਸਰ ਜਾਗਣਾ ਤੇ ਜ਼ਰੂਰ ਚਾਹੀਦਾ ਹੈ। ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ 1 ਮਹੀਨਾ ਹੋ ਗਿਆ ਇਸ ਧਰਨੇ ਤੇ ਬੈਠਿਆਂ ਨੂੰ। ਅਸੀਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਅੱਗੇ ਲੈ ਕੇ ਆਏ ਹਾਂ। ਮਜਬੂਰਨ ਸਾਨੂੰ 1 ਮਹੀਨਾ ਹੋ ਗਿਆ ਇੱਥੇ ਬੈਠੇ ਨੂੰ। ਅਸੀਂ ਵੀ ਬਹੁਤ ਆਪਣੇ ਕੰਮਕਾਰ ਛੱਡ ਕੇ, ਬਹੁਤ ਚੀਜ਼ਾਂ ਛੱਡ ਕੇ ਇੱਥੇ ਬੈਠੇ ਹਾਂ, ਆਪਣਾ ਟਾਈਮ ਦੇ ਰਹੇ ਹਾਂ। ਸਰਕਾਰ ਨੂੰ ਜ਼ਰੂਰ ਜਾਗਣਾ ਚਾਹੀਦਾ। ਅੱਜ ਸਾਡੇ ਇਸ ਕਦਮ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸਾਡੀ ਆਵਾਜ਼ ਪਹੁੰਚੇ। ਜੀ ਮੈਨੂੰ ਲੱਗਦਾ ਇਹਨਾਂ ਦਾ ਹਾਲ ਕੈਪਟਨ ਸਰਕਾਰ ਵਾਲਾ। ਕੈਪਟਨ ਸਰਕਾਰ ਵੇਲੇ ਜਿਹੜੇ ਸਿਟਿੰਗ ਐਮਐਲਏ ਸੀ ਇਹੀ ਰੌਲਾ ਪਾਉਂਦੇ ਸੀਗੇ ਵੀ ਸਾਡੀ ਕੈਪਟਨ ਸਾਹਿਬ ਤੱਕ ਪਹੁੰਚ ਨਹੀਂ ਗਈ। ਉਹੀ ਹਾਲ ਮੈਨੂੰ ਲੱਗਦਾ ਭਗਵੰਤ ਮਾਨ ਦੀ ਸਰਕਾਰ ਵੇਲੇ ਆ ਵੀ ਇੱਕ ਸਿਟਿੰਗ ਐਮਐਲਏ ਆ ਜਿਹੜਾ ਗੁਰਪ੍ਰੀਤ ਗੋਗੀ ਜੀ ਗਏ ਸਾਡੇ ਨਾਲ ਗਏ ਜੀ, ਉਹਨਾਂ ਨੇ ਜ਼ੋਰ ਲਾਇਆ, ਟਾਈਮ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਦਾ ਟਾਈਮ ਮਿਲ ਜੇ, ਪਰ ਨਹੀਂ ਮਿਲਿਆ ਜੀ। ਨਾ ਤਾਂ ਬਿਊਰੋਕ੍ਰੇਸੀ ਸੁਣ ਰਹੀ ਇਹਨਾਂ ਦੀ ਤੇ ਨਾ ਹੀ ਜਿਹੜੇ ਸਿਟਿੰਗ ਐਮਐਲਏ ਦੀ ਪਹੁੰਚ ਸੀਐਮ ਤੱਕ ਹੈਗੀ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਅੱਜ ਲੁਧਿਆਣਾ ਦੇ ਵਿੱਚ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਸੋ ਇੱਥੇ ਇੱਕ ਮੱਝ ਮੰਗਾਈ ਗਈ ਹੈ, ਉਹਦੇ ਅੱਗੇ बीन बजाई जा रही है। तस्वीरां तुसीं देख रहे हो, उत्ते पोस्टर लगा है भगवंत मान दा, नाल जिहड़ा खेतीबाड़ी मंत्री है उन्हां दे पोस्टर लगाए गए ने और इधर एक स्पेरा बुलाया गया वा जिहड़ा कि मੱਝ ਅੱਗੇ बीन बजा रहा वा। सो अनोखे ढंग दे नाल पिछले लंबे समय तो विद्यार्थी प्रदर्शन कर रहे ने, बूट पॉलिश कर चुके ने, सड़कों ते आके सब्जी बेच चुके ने, पर अपनी नौकरियां लैण दे लई यह अनोखे ढंग दे नाल अज प्रदर्शन किया जा रहा वा। इधर तस्वीरां दिखावांगे, हत्थां दे विच वख-वख तरह दे इन्हां विद्यार्थियों वल्लों पोस्टर फड़े ने। सो कह रहे ने कि 1 महीने तो असीं सड़कों तो बैठे हुए हां, मान सरकार बड़का ते। सो ये तुसीं तस्वीरां देख रहे हो, हत्थां दे विच अलग-अलग तरह दे पोस्टर ने। अन्नी बोली सरकार रुलदे ਜਿਹੜੇ ਖੇਤੀਬਾੜੀ ਦੇ ਸਟੂਡੈਂਟ ਆ। ਸੋ ਇਸ ਤਰ੍ਹਾਂ ਦੇ ਪੋਸਟਰ ਹੱਥਾਂ ਦੇ ਵਿੱਚ ਫੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਗੱਲਬਾਤ ਕਰ ਲੈਂਦੇ ਆ। ਮੈਡਮ, ਪਿਛਲੇ 1 ਮਹੀਨੇ ਤੋਂ ਸੜਕਾਂ ਤੇ ਬੈਠੇ ਹੋਏ ਹੋ, ਸਬਜ਼ੀਆਂ ਵੇਚ ਲੀਆਂ, ਬੂਟ ਪੋਲਿਸ਼ ਕਰ ਲਏ, ਅੱਜ ਮੱਝ ਦੇ ਅੱਗੇ ਬੀਨ ਵਜਾ ਰਹੇ ਹੋ, ਕੀ ਕਹਿਣਾ ਚਾਹੋਗੇ? ਸਾਨੂੰ ਮਾਨ ਸਰਕਾਰ ਨੇ ਇੰਨਾ ਕੁ ਮਜਬੂਰ ਕੀਤਾ ਹੋਇਆ ਕਿਉਂਕਿ ਸਾਨੂੰ ਪਹਿਲਾਂ ਕਿਹਾ ਗਿਆ ਕਿ ਤੁਹਾਡੀ ਮੀਟਿੰਗ ਕੀਤੀ ਜਾਊਗੀ, ਤਾਂ ਫਿਰ ਜਦੋਂ ਸਾਨੂੰ ਉੱਥੇ ਚੰਡੀਗੜ੍ਹ ਬੁਲਾਇਆ ਗਿਆ ਪਰ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ, ਸਾਨੂੰ 2 ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਗਿਆ, ਤਾਂ ਫਿਰ ਸਾਨੂੰ ਇਹ ਅੰਨੀ ਬੋਲੀ ਸਰਕਾਰ ਲੱਗ ਰਹੀ ਹੈ। ਤੇ ਇਸ ਲਈ ਅਸੀਂ ਉਹਨਾਂ ਨੂੰ ਅੱਜ ਬੀਨ ਵਜਾ ਕੇ ਅਸੀਂ ਜਗਾਉਣਾ ਚਾਹੁੰਦੇ ਹਾਂ ਕਿ ਖੇਤੀਬਾੜੀ ਦੇ ਜਿਹੜੇ ਡਾਕਟਰ ਨੇ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ। ਉਹਨਾਂ ਨੂੰ ਜ਼ਰੂਰਤ ਹੈ ਕਿ ਉਹ ਸਾਡੀਆਂ ਮੰਗਾਂ ਨੂੰ ਸੁਣਨ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ ਹੈ। ਸਰਕਾਰ ਅੱਗੇ ਤੁਸੀਂ ਕਿਹੜੀ ਮੰਗ ਰੱਖੀ ਹੋਈ ਆ? ਲੱਗਦਾ ਕਿ ਸਰਕਾਰ ਤੁਹਾਡੀ ਮੰਗ ਮੰਨ ਲਏਗੀ ਕਿਉਂਕਿ 1 ਮਹੀਨੇ ਤੁਸੀਂ ਸੜਕਾਂ ਤੇ ਬੈਠੇ ਹੋਏ ਹੋ। ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ। ਅਸੀਂ ਇੰਨੇ ਵਾਰੀ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਸਾਡੀਆਂ ਮੰਗਾਂ ਬਹੁਤ ਜੈਨੂਇਨ ਨੇ। ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਿਰਫ ਖੇਤੀਬਾੜੀ ਨੂੰ ਲੈ ਕੇ ਨੇ। ਜਿਹੜੇ ਸਾਨੂੰ ਖੇਤੀ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਦੇ ਅਸੀਂ ਡਾਕਟਰਸ ਹਾਂ ਤੇ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤੇ ਅਸੀਂ ਜਿੱਦਾਂ ਹਿਊਮਨ ਬੀਇੰਗਸ ਦੇ ਡਾਕਟਰ ਹੁੰਦੇ ਨੇ ਉਦਾਂ ਅਸੀਂ ਪੌਦਿਆਂ ਦੇ ਡਾਕਟਰ ਹਾਂ। ਤੇ ਇਹਨਾਂ ਨੂੰ ਇਹ ਦੇਖ ਹੀ ਨਹੀਂ ਰਿਹਾ ਕਿ ਖੇਤੀ ਤੋਂ ਬਿਨਾਂ, ਅਨਾਜ ਤੋਂ ਬਿਨਾਂ ਜਿਹੜਾ ਸਾਡਾ ਸੰਸਾਰ ਆ ਉਹ ਬਿਲਕੁਲ ਵੀ ਜਿਉਂਦਾ ਨਹੀਂ ਰਹਿ ਸਕਦਾ। ਤੇ ਇਹਨਾਂ ਨੂੰ ਫਿਰ ਵੀ ਨਹੀਂ ਦਿਖ ਰਿਹਾ। ਤੇ ਸਾਡੀਆਂ ਮੰਗਾਂ ਇਹੀ ਨੇ ਕਿ ਸਾਡੇ ਏਡੀਓ, ਐਚਡੀਓ, ਐਚਸੀਓ ਤੇ ਜਿਹੜੀਆਂ ਸਾਡੀਆਂ ਡੀਐਮਓ ਦੀਆਂ ਪੋਸਟਾਂ ਨੇ ਉਹ ਸਾਰੀਆਂ ਜਾਰੀ ਕੀਤੀਆਂ ਜਾਣ ਤਾਂ ਕਿ ਜਿਹੜੇ ਇੱਥੇ ਵਿਦਿਆਰਥੀ ਨੇ, ਬੇਰੁਜ਼ਗਾਰ ਵਿਦਿਆਰਥੀ ਨੇ, ਉਹਨਾਂ ਨੂੰ ਰੁਜ਼ਗਾਰ ਮਿਲੇ ਅਤੇ ਖੇਤੀ ਨੂੰ ਅਸੀਂ ਸੰਭਾਲ ਸਕੀਏ। ਸੋ ਬਿਲਕੁਲ ਵੱਖ-ਵੱਖ ਅਹੁਦਿਆਂ ਤੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਉਹ ਪੋਸਟਾਂ ਲੈਣ ਦੇ ਲਈ ਇਹ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ। ਸੋ ਤਸਵੀਰਾਂ ਨੇ ਹੱਥਾਂ ਦੇ ਵਿੱਚ, ਜਿਵੇਂ ਕਿ ਦੱਸ ਰਹੇ ਕਿ ਪੋਸਟਰ ਨੇ, ਉਧਰ ਇੱਕ ਸਪੇਰਾ ਬੁਲਾਇਆ ਗਿਆ ਵਾ, ਬੀਨ ਹੱਥ ਦੇ ਵਿੱਚ ਆ। ਸੋ ਇਹ ਬੀਨ ਹੱਥ ਦੇ ਵਿੱਚ ਫੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਮੈਡਮ, ਸਰਕਾਰ ਮੰਗਾਂ ਨਹੀਂ ਮੰਨ ਰਹੀ, ਤੁਸੀਂ ਸਬਜ਼ੀਆਂ ਵੀ ਵੇਚ ਰਹੀਆਂ, ਬੂਟ ਪੋਲਿਸ਼ ਵੀ ਕਰ ਲਏ, ਅਨੋਖੇ ਢੰਗ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਵੀ ਕਰ ਲਏ, ਲੱਗਦਾ ਕਿ ਸਰਕਾਰ ਹੁਣ ਜਾਗ ਜਾਏਗੀ ਬੀਨ ਵਜਾਉਣ? ਸਰ ਜਾਗਣਾ ਤੇ ਜ਼ਰੂਰ ਚਾਹੀਦਾ ਹੈ। ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ 1 ਮਹੀਨਾ ਹੋ ਗਿਆ ਇਸ ਧਰਨੇ ਤੇ ਬੈਠਿਆਂ ਨੂੰ। ਅਸੀਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਅੱਗੇ ਲੈ ਕੇ ਆਏ ਹਾਂ। ਮਜਬੂਰਨ ਸਾਨੂੰ 1 ਮਹੀਨਾ ਹੋ ਗਿਆ ਇੱਥੇ ਬੈਠੇ ਨੂੰ। ਅਸੀਂ ਵੀ ਬਹੁਤ ਆਪਣੇ ਕੰਮਕਾਰ ਛੱਡ ਕੇ, ਬਹੁਤ ਚੀਜ਼ਾਂ ਛੱਡ ਕੇ ਇੱਥੇ ਬੈਠੇ ਹਾਂ, ਆਪਣਾ ਟਾਈਮ ਦੇ ਰਹੇ ਹਾਂ। ਸਰਕਾਰ ਨੂੰ ਜ਼ਰੂਰ ਜਾਗਣਾ ਚਾਹੀਦਾ। ਅੱਜ ਸਾਡੇ ਇਸ ਕਦਮ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸਾਡੀ ਆਵਾਜ਼ ਪਹੁੰਚੇ ਤੇ ਉਹ ਜਾਗ ਸਕਣ।
ਇੱਕ ਮਹੀਨੇ ਦੌਰਾਨ 1 ਮਹੀਨਾ ਹੋ ਗਿਆ ਕਰੀਬ ਪ੍ਰਦਰਸ਼ਨ ਕਰਦਿਆਂ ਨੂੰ। 1 ਮਹੀਨੇ ਦੇ ਵਿੱਚ ਤੁਹਾਨੂੰ ਕੀ ਸਮੱਸਿਆ ਆਈ? ਲੱਗਦਾ ਕਿ ਸਰਕਾਰ ਦਾ ਕੋਈ ਚੰਗਾ ਸੁਨੇਹਾ ਵੀ ਆਇਆ ਵਿੱਚ? ਸਰ ਬਿਲਕੁਲ ਨਹੀਂ ਸਰ। ਇੱਥੇ ਪਹਿਲਾਂ ਸਾਡੇ ਕੋਲ ਐਮਐਲਏ ਗੋਗੀ ਸਾਹਿਬ ਆਏ, ਠੀਕ ਹੈ, ਉਹ ਸਾਨੂੰ ਬਹੁਤ ਦਿਲਾਸੇ ਦੇ ਕੇ ਗਏ ਕਿ ਅਸੀਂ ਤੁਹਾਡੀ ਮੀਟਿੰਗ ਸੀਐਮ ਸਾਹਿਬ ਦੇ ਨਾਲ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਸਾਡੇ ਇੱਥੇ ਸਾਥੀ ਕੁਝ ਬਹੁਤ ਭੁੱਖ ਹੜਤਾਲ ਦੇ ਵੀ ਬੈਠੇ, ਮਰਨ ਵਰਤ ਤੇ ਵੀ ਬੈਠੇ, ਐਂਡ ਸਾਨੂੰ ਝੂਠਾ ਮੁਆਵਜ਼ਾ ਦੇ ਕੇ ਗਏ ਕਿ ਤੁਹਾਡੀ ਮੀਟਿੰਗ ਅਸੀਂ ਸੀਐਮ ਸਾਹਿਬ ਨਾਲ ਕਰਵਾਵਾਂਗੇ। 15 ਅਗਸਤ ਤੇ ਸੀਐਮ ਸਾਹਿਬ ਸਾਡੇ ਕੋਲ ਆਏ ਵੀ, ਬਟ ਸਾਨੂੰ ਬਿਲਕੁਲ ਵੀ ਮਿਲ ਕੇ ਨਹੀਂ ਗਏ। ਉਲਟ ਚੰਡੀਗੜ੍ਹ ਬੁਲਾ ਕੇ ਸਾਨੂੰ ਫਿਰ ਵੀ ਟਾਈਮ ਨਹੀਂ ਦਿੱਤਾ। ਸੋ ਬਿਲਕੁਲ ਸਰਕਾਰ ਮੰਗਾ ਮੰਨੇ, ਵਿਦਿਆਰਥੀ ਜਿਹੜੇ ਨੇ ਇੱਥੋਂ ਉੱਠ ਜਾਣਗੇ। ਸੋ ਇਹ ਤਸਵੀਰ ਆ, ਵੋਟਾਂ ਪਾਈਆਂ ਪਰ ਧੱਕੇ ਖਾਦੇ ਦਰ। ਸੋ ਵੋਟਾਂ ਤਾਂ ਪਾ ਦਿੱਤੀਆਂ, ਹੁਣ ਦਰ ਦੀ ਠੋਕਰਾਂ ਖਾ ਰਹੇ ਹੋ ਤੁਸੀਂ। ਇਹ ਬਿਲਕੁਲ ਗੱਲ ਸੱਚ ਹੈ। ਲਗਭਗ ਅਸੀਂ ਪਿਛਲੇ 1.5 ਸਾਲ ਤੋਂ ਪਹਿਲਾਂ ਸਰਕਾਰ, ਕੈਪਟਨ ਸਰਕਾਰ ਸੀ, ਉਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ। ਹੁਣ ਆਮ ਸਰਕਾਰ ਆਈ, ਉਹਨਾਂ ਦੇ ਸੀਐਮ ਨੂੰ ਵੀ ਮੰਗ ਪੱਤਰ ਦਿੱਤੇ, ਉਹਨਾਂ ਦੇ ਐਮਐਲਏ ਨੂੰ ਵੀ ਮੰਗ ਪੱਤਰ ਦਿੱਤੇ, ਪਰ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। 31 ਦਿਨ ਹੋ ਗਏ ਅੱਜ ਸਾਨੂੰ 1 ਨੰਬਰ ਗੇਟ ਤੇ ਬੈਠਿਆਂ ਧਰਨਾ ਦਿੱਤੇ। ਪਹਿਲਾਂ ਸਾਨੂੰ ਕਿਹਾ ਵੀ ਗਿਆ ਸੀ ਐਮਐਲਏ ਨੇ ਵੀ ਤੁਹਾਡੀ ਸੀਐਮ ਨਾਲ ਮੀਟਿੰਗ ਕਰਵਾਈ ਜਾਏਗੀ, ਪਰ ਸਾਨੂੰ ਚੰਡੀਗੜ੍ਹ ਬੁਲਾ ਕੇ ਵੀ ਕੋਈ ਮੀਟਿੰਗ ਨਹੀਂ ਕਰਵਾਈ ਗਈ ਸਾਡੀ ਸੀਐਮ ਨਾਲ। ਤੇ ਅੱਜ ਅਸੀਂ ਇਹੀ ਪ੍ਰਦਰਸ਼ਨ ਕਰ ਰਹੇ ਹਾਂ, ਮੱਝ ਅੱਗੇ ਬੀਨ ਵਜਾ ਕੇ, ਕਿ ਸਰਕਾਰ ਸੁੱਤੀ ਜਾਗ ਪਏ, ਆਪਦੀ ਨੀਂਦ ਪੂਰੀ ਕਰਕੇ। ਜੇ ਸਰਕਾਰ ਜਾਗੀ ਹੈ ਤਾਂ ਪਲੀਜ਼ ਸਾਡੀਆਂ ਮੰਗਾਂ ਮੰਨ ਲੈਣ। ਸੋ ਮੱਝ ਅੱਗੇ ਬੀਨ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬਾਈ ਜੀ, ਮੱਝ ਅੱਗੇ ਬੀਨ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ, ਲੱਗਦਾ ਜਾਗ ਜੀ ਸਰਕਾਰ? ਲੰਬੇ ਸਮੇਂ ਤੋਂ ਬੈਠੇ ਹੋਏ ਹੋ, ਬੂਟ ਪਾਲਿਸ਼ ਕਰ ਲਏ, ਭੁੱਖ ਹੜਤਾਲ ਕਰ ਲਈ, ਮਰਨ ਵਰਤ ਕਰ ਲਿਆ, ਸਰਕਾਰ ਤਾਂ ਹਾਲੇ ਤੱਕ ਜਾਗੀ ਨਹੀਂ। ਮੈਨੂੰ ਸਰਕਾਰ ਦੇ ਸਿਸਟਮ ਦਾ ਬਈ ਹਜੇ ਤੱਕ ਸਿਸਟਮ ਸਮਝ ਨਹੀਂ ਲੱਗਿਆ ਜੀ। ਮੈਨੂੰ ਲੱਗਦਾ ਇਹਨਾਂ ਦਾ ਹਾਲ ਕੈਪਟਨ ਸਰਕਾਰ ਵਾਲਾ। ਕੈਪਟਨ ਸਰਕਾਰ ਵੇਲੇ ਜਿਹੜੇ ਸਿਟਿੰਗ ਐਮਐਲਏ ਸੀ ਇਹੀ ਰੌਲਾ ਪਾਉਂਦੇ ਸੀਗੇ ਵੀ ਸਾਡੀ ਕੈਪਟਨ ਸਾਹਿਬ ਤੱਕ ਪਹੁੰਚ ਨਹੀਂ ਗਈ। ਉਹੀ ਹਾਲ ਮੈਨੂੰ ਲੱਗਦਾ ਭਗਵੰਤ ਮਾਨ ਦੀ ਸਰਕਾਰ ਵੇਲੇ ਆ, ਵੀ ਇੱਕ ਸਿਟਿੰਗ ਐਮਐਲਏ ਆ ਜਿਹੜਾ ਗੁਰਪ੍ਰੀਤ ਗੋਗੀ ਜੀ ਗਏ, ਸਾਡੇ ਨਾਲ ਗਏ ਜੀ, ਉਹਨਾਂ ਨੇ ਜ਼ੋਰ ਲਾਇਆ, ਟਾਈਮ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਦਾ ਟਾਈਮ ਮਿਲ ਜੇ, ਪਰ ਨਹੀਂ ਮਿਲਿਆ ਜੀ। ਇਹ ਮੈਨੂੰ ਲੱਗਦਾ ਜਿਹੜਾ ਢਾਂਚਾ ਉਹ ਵਿਗੜਿਆ ਹੋਇਆ, ਨਾ ਤਾਂ ਬਿਊਰੋਕ੍ਰੇਸੀ ਸੁਣ ਰਹੀ ਇਹਨਾਂ ਦੀ, ਤੇ ਨਾ ਹੀ ਜਿਹੜੇ ਸਿਟਿੰਗ ਐਮਐਲਏ ਦੀ ਪਹੁੰਚ ਸੀਐਮ ਤੱਕ ਹੈਗੀ ਆ। ਇਹ ਸਿਸਟਮ ਮੈਨੂੰ ਕੋਈ ਵਧੀਆ ਨਹੀਂ ਲੱਗ ਰਿਹਾ ਇਹਨਾਂ ਦਾ ਜੀ। ਸਰਕਾਰ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇ ਦਿਓ? ਸਰਕਾਰ ਕਹਿ ਰਹੀ ਅਸੀਂ ਚੰਗੇ ਕੰਮ ਕਰ ਰਹੇ ਹਾਂ, ਜਿਨ੍ਹਾਂ ਨੇ ਪੈਸੇ ਖਾਦੇ ਉਹ ਮੰਤਰੀਆਂ ਨੂੰ ਅਸੀਂ ਅੰਦਰ ਕਰ ਰਹੇ ਹਾਂ, ਪਰ ਸਟੂਡੈਂਟ ਜਿਹੜੇ ਨੇ ਉਹ ਧਰਨਿਆਂ ਤੇ ਬੈਠੇ ਨੇ। ਡਾਕਟਰ ਐਮਐਸ ਰੰਧਾਵਾ ਜਿਹੜੇ ਕਹਿ ਲਓ ਵੀ ਇਸ ਯੂਨੀਵਰਸਿਟੀ ਦੇ ਜਿਨ੍ਹਾਂ ਕਰਕੇ ਯੂਨੀਵਰਸਿਟੀ ਹੋਂਦ ਚ ਆਈ, ਉਹਨਾਂ ਦਾ ਅਕਾਊਂਟ ਸੀਗਾ ਵੀ ਨਹਿਰੂ ਸਾਹਿਬ ਦਾ ਵੀ ਅਕਾਊਂਟ ਸੀਗਾ ਜੀ। ਨਹਿਰੂ ਸਾਹਿਬ ਵੀ ਇਹ ਕਹਿੰਦੇ ਹੁੰਦੇ ਸੀ ਅਕਸਰ ਵੀ ਕਿਸੇ ਵੀ ਡਿਪਾਰਟਮੈਂਟ ਨੂੰ ਤੁਸੀਂ ਡਿਲੇ ਕਰ ਸਕਦੇ ਹੋ, ਪਰ ਖੇਤੀਬਾੜੀ ਡਿਪਾਰਟਮੈਂਟ ਨੂੰ ਤੁਸੀਂ ਕਦੇ ਵੀ ਡਿਲੇ ਦੇ ਵਿੱਚ ਨਹੀਂ ਪਾ ਸਕਦੇ। ਇਹਨਾਂ ਦੀ ਜਿਹੜੀਆਂ ਜ਼ਰੂਰਤਾਂ ਨੇ, ਇਹਨਾਂ ਦੀ ਵੈਕੈਂਸੀਆਂ ਨੇ, ਇਹਨਾਂ ਦੀ ਜੋ ਵੀ ਜ਼ਰੂਰਤਾਂ ਨੇ, ਉਹਨਾਂ ਨੂੰ ਤਤਕਾਲ 'ਚ ਪੂਰੀਆਂ ਕਰਨੀਆਂ ਪੈਣਗੀਆਂ ਜੇ ਆਪਾਂ ਦੇਸ਼ ਦੀ ਇਕਨੋਮੀ ਨੂੰ ਸੰਭਾਲਣਾ। ਤੇ ਇਹ ਨਹਿਰੂ ਸਾਹਿਬ ਦਾ ਆਪਦਾ ਅਕਾਊਂਟ ਹੈ ਜੀ। ਤੇ ਤੁਸੀਂ ਵੇਖ ਲਓ, ਜੇ ਤੁਸੀਂ ਖੇਤੀਬਾੜੀ ਨੂੰ ਪਿੱਛੇ ਛੱਡ ਜਾਓਗੇ ਤੇ ਪੰਜਾਬ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ। ਟੋਟਲ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਨੇ, ਪੋਸਟਾਂ ਕਿੰਨੀਆਂ ਖਾਲੀਆਂ ਪਈਆਂ ਨੇ, ਕਿੰਨੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ? ਸਰਕਾਰ ਨੂੰ ਤੁਸੀਂ ਜੈਨੂਨ ਮੰਗ ਵੀ ਦੱਸ ਚੁੱਕੇ ਹੋ। ਜੈਨੂਨ ਮੰਗ ਹੈ ਜੀ, ਸਿਰਫ 900 ਤੋਂ ਲੈ ਕੇ 1000 ਅਸਾਮੀ ਆ, ਉਹ ਭਰ ਦੇਣ। ਮੈਨੂੰ ਲੱਗਦਾ 70-80 ਕਰੋੜ ਸਾਲ ਦਾ ਜਿਹੜਾ ਇੱਕ ਪਊਗਾ ਖਜ਼ਾਨੇ ਦੇ ਬੋਝ ਪਊਗਾ। ਤੇ ਜੇ ਤੁਹਾਨੂੰ ਮੈਂ ਡਾਟਾ ਦੇ ਹਿਸਾਬ ਨਾਲ ਦੱਸਾਂ ਤੇ ਪਿਛਲੇ 3 ਸਾਲਾਂ 'ਚ ਪੰਜਾਬ ਸਰਕਾਰ ਨੇ ਖੇਤੀ ਮੁਆਵਜ਼ਾ ਜਿਹੜਾ ਗੁਲਾਬੀ ਸੁੰਡੀ ਕਰਕੇ, ਚਿੱਟੀ ਮੱਕੀ ਕਰਕੇ, ਉਹ 1500 ਕਰੋੜ ਰੁਪਇਆ ਦਿੱਤਾ ਜੀ। ਹੁਣ 70 ਕਰੋੜ ਸਹੀ ਹੈ ਕਿ 1500 ਕਰੋੜ ਸਹੀ ਆ? ਮੈਂ ਮੁਆਵਜ਼ੇ ਦੇ ਖਿਲਾਫ ਨਹੀਂ ਗਾ ਜੀ। ਕੁਦਰਤੀ ਆਫਤ ਆਉਂਦੀ ਆ, ਜਦੋਂ ਕੁਦਰਤ ਦੇ ਹੱਥ ਉਹ ਆਫਤ ਆ ਜੇ, ਉਹ ਕਿਸੇ ਦੇ ਵੱਸ ਨਹੀਂ ਗਾ ਜੀ। ਉਦੋਂ ਮੁਆਵਜ਼ਾ ਦੇ ਦਿਓ, ਪਰ ਉਹ ਮੁਆਵਜ਼ੇ ਦੀ ਕੀਮਤ ਘਟਾਈ ਜਾ ਸਕਦੀ ਹੈ ਜੇ ਖੇਤੀਬਾੜੀ ਐਗਰੀਕਲਚਰ ਟੈਕਨੋਕ੍ਰੇਟ ਦੀ ਭਰਤੀ ਕਰ ਦੇਣ। ਸੋ ਬਿਲਕੁਲ ਇਹ ਵਿਦਿਆਰਥੀ ਨੇ ਅੱਜ ਅਨੋਖੇ ਢੰਗ ਦੇ ਨਾਲ ਮੱਝ ਦੇ ਅੱਗੇ ਬੀਨ ਵਜਾ ਕੇ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ 1 ਨੰਬਰ ਗੇਟ ਤੇ ਮੱਝ ਲਿਆਂਦੀ ਆ, ਉਸ ਦੇ ਅੱਗੇ ਬੀਨ ਵਜਾਈ ਜਾ ਰਹੀ ਆ ਔਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿ ਰਹੇ ਨੇ ਕਿ 1 ਮਹੀਨੇ ਦੌਰਾਨ ਅਸੀਂ ਹਰ ਤਰ੍ਹਾਂ ਦੇ ਪ੍ਰਦਰਸ਼ਨ ਕਰ ਲਏ, ਬੂਟ ਪਾਲਿਸ਼ ਕਰ ਲਏ, ਸਬਜ਼ੀਆਂ ਵੇਚ ਲੀਆਂ, ਮਰਨ ਵਰਤ ਰੱਖ ਲਏ, ਭੁੱਖ ਹੜਤਾਲ ਜਿਹੜੀ ਆ ਉਹ ਰੱਖ ਲਈ, ਪਰ ਸਰਕਾਰ ਨੇ ਹਾਲੇ ਤੱਕ ਸਾਡੀ ਮੰਗ ਨਹੀਂ ਮੰਨੀ ਆ। ਸੋ ਅਗਲੀ ਰਣਨੀਤੀ ਜਿਹੜੀ ਕਹਿ ਰਹੇ ਨੇ ਕਿ ਜਲਦੀ ਤਿਆਰ ਕੀਤੀ ਜਾਵੇਗੀ, ਪਰ ਇਸੇ ਤਰ੍ਹਾਂ ਅਸੀਂ ਪ੍ਰਦਰਸ਼ਨ ਜਿਹੜਾ ਕਰਦੇ ਰਵਾਂਗੇ ਜਿੰਨੀ ਤੱਕ ਸਰਕਾਰ ਮੰਗ ਨਹੀਂ ਮੰਨਦੀ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ, ਲੁਧਿਆਣਾ।